ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਤੁਹਾਨੂੰ ਬਾਬਾ ਸ੍ਰੀ ਚੰਦ ਜੀ ਨਾਲ ਸੰਬੰਧਿਤ ਇੱਕ ਸਾਖੀ ਦੱਸਣ ਜਾ ਰਹੇ ਹਾਂ। ਇਸ ਸਾਖੀ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਬਾਬਾ ਸ੍ਰੀ ਚੰਦ ਜੀ ਨੇ ਮਨ ਨੂੰ ਟਿਕਾਉਣ ਦਾ ਉਪਦੇਸ਼ ਦਿੱਤਾ। ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਪ੍ਰਭੂ ਭਗਤੀ ਵਿੱਚ ਮਨ ਲੱਗੇ। ਇੱਕ ਦਿਨ ਭਗਵਾਨ ਬਾਬਾ ਸ੍ਰੀ ਚੰਦ ਜੀ ਤਪੱਸਿਆ ਵਿੱਚ ਬੈਠੇ ਹੋਏ ਸਨ। ਆਸ-ਪਾਸ ਸੰਗਤਾਂ ਜੁੜਨੀਆਂ ਸ਼ੁਰੂ ਹੋ ਗਈਆਂ। ਵਿਦਵਾਨ ਸੰਗਤਾਂ ਭਗਵਾਨ ਜੀ ਦੇ ਆਸ-ਪਾਸ ਬੈਠਣ ਲੱਗ ਪਈਆਂ। ਸਾਰੀਆਂ ਸੰਗਤਾਂ ਆਪਸ ਵਿੱਚ ਵਿਚਾਰ ਕਰ ਰਹੀਆਂ ਸਨ ਕਿ ਮਨ ਨੂੰ ਵਿਰਾਗ ਕਿਉਂ ਨਹੀਂ ਆਉਂਦਾ। ਇਸ ਦਾ ਕੀ ਕਾਰਨ ਹੈ ਕਿ ਮਨ ਵਿੱਚ ਟਿਕਾਓ ਕਿਉਂ ਨਹੀਂ ਆਉਂਦਾ। ਕਿਸ ਤਰ੍ਹਾਂ ਮਨ ਪੱਕਾ ਹੋ ਸਕਦਾ ਹੈ। ਸਾਰਿਆਂ ਨੇ ਮਸ਼ਵਰਾ ਕੀਤਾ ਕਿ ਅੱਜ ਭਗਵਾਨ ਜੀ ਨੂੰ ਪ੍ਰਸ਼ਨ ਕੀਤਾ ਜਾਏਗਾ ਕਿ ਮਨ ਬਾਰੇ ਕੁਝ ਦੱਸਣ। ਜਿਸ ਵੇਲੇ ਸਾਰੀਆਂ ਸੰਗਤਾਂ ਜੁੜ ਗਈਆਂ ਤਾਂ ਭਗਵਾਨ ਸ੍ਰੀ ਚੰਦ ਜੀ ਨੇ ਕਿਹਾ, ਹੇ ਜਗਿਆਸੀਓ, ਅਗਰ ਕਿਸੇ ਦੇ ਮਨ ਵਿੱਚ ਕੋਈ ਪ੍ਰਸ਼ਨ ਹੋਵੇ ਤਾਂ ਉਹ ਪੁੱਛ ਸਕਦਾ ਹੈ। ਇੱਕ ਆਦਮੀ ਜਿਸ ਦਾ ਨਾਮ ਵਾਸੁਦੇਵ ਸੀ ਖੜਾ ਹੋ ਗਿਆ। ਉਹਨਾਂ ਨੇ ਉੱਠ ਕੇ ਬਾਬਾ ਸ੍ਰੀ ਚੰਦ ਜੀ ਦੇ ਅੱਗੇ ਬੇਨਤੀ ਕੀਤੀ ਕਿ ਹੇ ਮਹਾਰਾਜ, ਸਾਨੂੰ ਇੱਕ ਪ੍ਰਸ਼ਨ ਦਾ ਉੱਤਰ ਦਿਓ। ਅਸੀਂ ਹਰ ਰੋਜ਼ ਸਰਵਣ ਕਰਦੇ ਹਾਂ, ਮਗਰ ਸਾਡਾ ਮਨ ਡਾਵਾਂ-ਡੋਲ ਕਿਉਂ ਰਹਿੰਦਾ ਹੈ। ਅਸੀਂ ਕਥਾ ਹਰ ਰੋਜ਼ ਸੁਣਦੇ ਹਾਂ, ਪਰ ਮਨ ਘਰ ਦੇ ਕੰਮਾਂ ਵੱਲ ਖਿੱਚਿਆ ਜਾਂਦਾ ਹੈ। ਕਈ ਵਾਰ ਤਾਂ ਸਾਨੂੰ ਯਾਦ ਨਹੀਂ ਰਹਿੰਦਾ ਕਿ ਅਸੀਂ ਕਿੱਥੇ ਬੈਠੇ ਹੋਏ ਹਾਂ। ਜਦ ਇਹ ਮਨ ਆਪਣੇ ਰੋਹ ਵਿੱਚ ਆਉਂਦਾ ਹੈ ਤਾਂ ਪਤਾ ਨਹੀਂ ਕਿੱਥੇ ਭਟਕਦਾ ਰਹਿੰਦਾ ਹੈ। ਕਦੇ ਕਿੱਧਰੇ ਚਲਾ ਜਾਂਦਾ ਹੈ, ਕਦੇ ਕਿੱਧਰੇ ਚਲਾ ਜਾਂਦਾ ਹੈ। ਇਹ ਮਨ ਬਹੁਤ ਪਾਪੀ ਹੈ ਜੋ ਕਥਾ ਦਾ ਪੂਰਾ ਅਸਰ ਪ੍ਰਾਪਤ ਨਹੀਂ ਕਰ ਸਕਦਾ। ਵਾਸੁਦੇਵ ਦੀ ਬੇਨਤੀ ਸੁਣ ਕੇ ਭਗਵਾਨ ਜੀ ਬੋਲੇ, ਹੇ ਭਗਤ ਜਨੋ, ਮਨ ਬਹੁਤ ਪ੍ਰਬਲ ਹੈ। ਇਸ ਮਨ ਦੇ ਅੱਗੇ ਤਾਂ ਰਿਸ਼ੀ ਮੁਨੀ ਵੀ ਹਥਿਆਰ ਸੁੱਟ ਦਿੰਦੇ ਹਨ। ਰਿਸ਼ੀ ਮੁਨੀਆਂ ਨੇ ਵੀ ਆਪਣੇ ਮਨ ਨੂੰ ਟਿਕਾਉਣ ਲਈ ਬਹੁਤ ਘੋਰ ਤਪੱਸਿਆ ਕੀਤੀ, ਮਗਰ ਜਦ ਮਨ ਠੀਕ ਹੋਣ ਲੱਗਦਾ ਹੈ ਤਾਂ ਨਿੱਕੀ ਜਿਹੀ ਠੋਕਰ ਤੋਂ ਹੀ ਠੀਕ ਹੋ ਜਾਂਦਾ ਹੈ। ਭਗਵਾਨ ਜੀ ਬੋਲੇ, ਪੁਰਾਤਨ ਗ੍ਰੰਥਾਂ ਵਿੱਚ ਮਨ ਨੂੰ ਟਿਕਾਉਣ ਦਾ ਤਰੀਕਾ ਦੱਸਿਆ ਗਿਆ ਹੈ, ਪਰ ਸਾਡਾ ਮਨ ਟਿਕ ਨਹੀਂ ਸਕਦਾ ਕਿਉਂਕਿ ਮਨ ਬਹੁਤ ਪ੍ਰਬਲ ਹੈ। ਭਗਵਾਨ ਜੀ ਪੁਰਾਤਨ ਪ੍ਰਕਰਨ ਵਰਣਨ ਕਰਦੇ ਹੋਏ ਬੋਲੇ ਤੇ ਕਹਿਣ ਲੱਗੇ ਕਿ ਇੱਕ ਘੋੜਸਵਾਰ ਇੱਕ ਵਾਰ ਥੱਕ ਕੇ ਇੱਕ ਦਰਖਤ ਹੇਠਾਂ ਬੈਠ ਗਿਆ। ਉਹ ਦਰਖਤ ਦੇ ਨੇੜੇ ਜਦੋਂ ਬੈਠਾ ਹੋਇਆ ਸੀ ਤਾਂ ਉਸਨੇ ਕਈ ਲੋਕ ਦੇਖੇ ਜੋ ਇੱਕ ਮੰਦਰ ਨੂੰ ਜਾ ਰਹੇ ਸਨ। ਉਸ ਘੋੜਸਵਾਰ ਨੇ ਕਿਸੇ ਨੂੰ ਪੁੱਛਿਆ, ਇਹ ਲੋਕ ਕਿਸ ਤਰਫ ਜਾ ਰਹੇ ਹਨ? ਤਾਂ ਉੱਤਰ ਮਿਲਿਆ, ਇਸ ਮੰਦਰ ਵਿੱਚ ਬੜੀ ਰਸਦਾਇਕ ਕਥਾ ਹੁੰਦੀ ਹੈ। ਜਦੋਂ ਮੁਸਾਫਰ ਨੇ ਇਹ ਗੱਲ ਸੁਣੀ ਤਾਂ ਉਸਦੇ ਮਨ ਵਿੱਚ ਵੀ ਕਥਾ ਸੁਣਨ ਦੀ ਇੱਛਾ ਹੋਈ। ਉਹ ਮੁਸਾਫਰ ਜਲਦੀ ਉਸ ਮੰਦਰ ਵੱਲ ਚਲਾ ਗਿਆ। ਮੰਦਰ ਵਿੱਚ ਵਿਰਾਗ ਸ਼ਲੋਕ ਵਿੱਚ ਕਥਾ ਹੋ ਰਹੀ ਸੀ। ਮੁਸਾਫਿਰ ਜਾ ਕੇ ਕਥਾ ਵਿੱਚ ਬੈਠ ਗਿਆ, ਜਿੱਥੇ ਉਚਾਰਨ ਹੋ ਰਿਹਾ ਸੀ ਕਿ ਪੰਡਤ ਜੀ ਉਚਾਰਨ ਕਰ ਰਹੇ ਸਨ ਕਿ ਕੋਈ ਵਸਤੂ ਮਨੁੱਖ ਦਾ ਸਾਥ ਨਹੀਂ ਦੇ ਸਕਦੀ,
ਇਹ ਜੀਵ ਨੰਗਾ ਹੀ ਆਇਆ ਹੈ ਤੇ ਸੰਸਾਰ ਤੋਂ ਨੰਗਾ ਹੀ ਜਾਵੇਗਾ। ਇਸ ਤਰ੍ਹਾਂ ਵਿਰਾਗਮਈ ਕਥਾ ਸੁਣ ਕੇ ਮੁਸਾਫਰ ਦੇ ਮਨ ਵਿੱਚ ਵਿਰਾਗ ਦੀ ਲਹਿਰ ਉਤਪੰਨ ਹੋ ਗਈ। ਉਸਨੇ ਘੋੜਾ ਅਤੇ ਜੋ ਉਸ ਉੱਤੇ ਸਮਾਨ ਲੱਦਿਆ ਹੋਇਆ ਸੀ ਸਾਰਾ ਕੁਝ ਵੰਡ ਦਿੱਤਾ। ਜੋ ਉੱਥੇ ਲੋਕ ਆਸ-ਪਾਸ ਖੜੇ ਹੋਏ ਸਨ ਸਾਰਾ ਸਮਾਨ ਉਹਨਾਂ ਵਿੱਚ ਵੰਡ ਦਿੱਤਾ ਅਤੇ ਆਪ ਮਹਾਤਮਾ ਦਾ ਰੂਪ ਧਾਰਨ ਕਰਕੇ ਤਪੱਸਿਆ ਲਈ ਚਲਾ ਗਿਆ। ਕਈ ਸਾਲ ਪ੍ਰੇਮ ਨਾਲ ਤਪੱਸਿਆ ਕਰਦਾ ਰਿਹਾ ਅਤੇ ਉਸ ਨੂੰ ਆਤਮ ਗਿਆਨ ਦੀ ਪ੍ਰਾਪਤੀ ਹੋ ਗਈ ਤੇ ਮਨ ਵਿੱਚ ਕੋਈ ਵੀ ਇੱਛਾ ਬਾਕੀ ਨਾ ਰਹੀ। ਉਹ ਮੁਸਾਫਰ ਇੱਕ ਦਿਨ ਚੱਲਦਾ ਚੱਲਦਾ ਉੱਥੇ ਹੀ ਆ ਗਿਆ ਅਤੇ ਇੱਕ ਦਰਖਤ ਹੇਠਾਂ ਬੈਠ ਗਿਆ ਆਰਾਮ ਕਰਨ ਲਈ। ਉਸਨੇ ਦੇਖਿਆ ਕਿ ਬਹੁਤ ਸਾਰੇ ਲੋਕ ਮੰਦਰ ਵਿੱਚ ਜਾ ਰਹੇ ਹਨ। ਉਸਨੇ ਫਿਰ ਪ੍ਰਸ਼ਨ ਕੀਤਾ, ਇਸ ਮੰਦਰ ਵਿੱਚ ਕਿਉਂ ਜਾ ਰਹੇ ਹਨ ਸਾਰੇ ਲੋਕ? ਕਿਸੇ ਨੇ ਉੱਤਰ ਦਿੱਤਾ ਕਿ ਪੰਡਿਤ ਜੀ ਬਹੁਤ ਸਿਆਣੇ ਵਿਦਵਾਨ ਹਨ। ਉਹ ਲੋਕਾਂ ਨੂੰ ਸਹੀ ਰਸਤੇ ਉੱਤੇ ਪਾਉਂਦੇ ਹਨ, ਬਹੁਤ ਸੁੰਦਰ ਕਥਾ ਕਰਦੇ ਹਨ। ਜਦੋਂ ਮੁਸਾਫਰ ਨੇ ਇਹ ਮਹਾਤਮਾ ਦੀਆਂ ਗੱਲਾਂ ਸੁਣੀਆਂ ਤਾਂ ਉਸ ਨੇ ਆਪਣੇ ਮਨ ਵਿੱਚ ਸੋਚਿਆ ਕਿ ਮੈਨੂੰ ਫਿਰ ਜਾ ਕੇ ਦੇਖਣਾ ਚਾਹੀਦਾ ਹੈ। ਉਸ ਮੁਸਾਫਰ ਨੇ ਪੁੱਛਿਆ ਕਿ ਇਹ ਕਥਾ ਕਿੰਨੀ ਦੇਰ ਤੋਂ ਹੋ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਕਥਾ 20 ਸਾਲ ਤੋਂ ਹੋ ਰਹੀ ਹੈ, ਇਸੇ ਮੰਦਰ ਵਿੱਚ ਹੋ ਰਹੀ ਹੈ ਅਤੇ ਇਹ ਪੰਡਿਤ ਜੀ ਕਥਾ ਬਹੁਤ ਦੇਰ ਤੋਂ ਸੁਣਾਉਂਦੇ ਹਨ ਅਤੇ ਰੋਜ਼ ਜਗਿਆਸੂ ਆਣ ਕੇ ਇਹ ਕਥਾ ਸੁਣਦੇ ਹਨ। ਤਦ ਮਹਾਤਮਾ ਨੇ ਕਿਹਾ ਕਿ ਮੈਂ ਤਾਂ ਇੱਕ ਦਿਨ ਹੀ ਪੰਡਿਤ ਜੀ ਦੀ ਕਥਾ ਸੁਣੀ ਸੀ। ਉਸੇ ਸਮੇਂ ਮੇਰੇ ਮੂੰਹ ਤੇ ਇੱਕੋ ਦਿਨ ਉਪਦੇਸ਼ ਦੀਆਂ ਬਹੁਤ ਜ਼ਿਆਦਾ ਚਪੇੜਾਂ ਪਈਆਂ ਅਤੇ ਮੈਂ ਸਹੀ ਰਸਤੇ ਤੇ ਆ ਗਿਆ। ਮੇਰੇ ਮਨ ਵਿੱਚ ਵਿਰਾਗ ਦੀ ਭਾਵਨਾ ਉਤਪੰਨ ਹੋਈ ਅਤੇ ਮੈਂ ਤਪੱਸਿਆ ਲਈ ਚਲਾ ਗਿਆ ਅਤੇ ਫਲ ਆਦਿ ਖਾ ਕੇ ਗੁਜ਼ਾਰਾ ਕੀਤਾ ਅਤੇ ਤਪੱਸਿਆ ਕੀਤੀ। ਸਰੋਤੇ ਹਨ ਜੋ ਹਰ ਰੋਜ਼ ਚਪੇੜਾਂ ਖਾਂਦੇ ਹਨ। ਇਹ ਪੰਡਿਤ ਜੀ ਵੀ ਧਨ ਹਨ ਜਾਂ ਜੋ ਲੋਕਾਂ ਨੂੰ ਤਾਂ ਉਪਦੇਸ਼ ਦਿੰਦੇ ਹਨ ਪਰ ਆਪ ਮੋਹ ਮਾਇਆ ਦੇ ਚੱਕਰਾਂ ਵਿੱਚ ਫਸੇ ਹੋਏ ਹਨ। ਕਈ ਵਿਚਾਰ ਦੀਆਂ ਗੱਲਾਂ ਕਰਕੇ ਉਹ ਮਹਾਤਮਾ ਵਾਪਸ ਤਪੱਸਿਆ ਕਰਨ ਲਈ ਚਲਾ ਗਿਆ। ਭਗਵਾਨ ਸ਼੍ਰੀ ਚੰਦ ਜੀ ਬੋਲੇ, ਉਸ ਮੁਸਾਫਰ ਨੇ ਇੱਕ ਦਿਨ ਹੀ ਕਥਾ ਸੁਣੀ ਅਤੇ ਵਿਰਾਗ ਧਾਰਨ ਕਰ ਲਿਆ ਤੇ ਪ੍ਰਭੂ ਭਗਤੀ ਕਰਨ ਲੱਗ ਪਿਆ। ਮਗਰ ਜੋ ਸਰੋਤੇ ਕਈ ਸਾਲਾਂ ਤੋਂ ਕਥਾ ਸੁਣ ਰਹੇ ਸਨ ਉਹਨਾਂ ਉੱਤੇ ਕੋਈ ਅਸਰ ਨਹੀਂ ਹੋਇਆ। ਪੰਡਿਤ ਜੀ ਨੂੰ ਵੀ ਕੋਈ ਵਿਰਾਗ ਉਤਪੰਨ ਨਾ ਹੋਇਆ। ਇਸ ਦਾ ਇਹ ਕਾਰਨ ਹੈ ਕਿ ਜੋ ਪ੍ਰਾਣੀ ਇੱਕ ਮਨ ਹੋ ਕੇ ਕਥਾ ਸਰਵਣ ਕਰਦਾ ਹੈ ਉਸ ਦੇ ਅੰਦਰ ਵਿਰਾਗ ਦੀ ਭਾਵਨਾ ਉਤਪੰਨ ਹੋ ਜਾਂਦੀ ਹੈ। ਜੋ ਪ੍ਰਾਣੀ ਕਥਾ ਸੁਣ ਕੇ ਅਮਲ ਨਹੀਂ ਕਰਦੇ ਉਸ ਨੂੰ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਇਸੇ ਵਾਸਤੇ ਤੁਸੀਂ ਵੀ ਉਸ ਮੁਸਾਫਰ ਵਾਂਗੂ ਇੱਕ ਮਨ ਹੋ ਕੇ ਕਥਾ ਸਰਵਣ ਕਰਿਆ ਕਰੋ, ਜਿਸ ਕਰਕੇ ਵਿਰਾਗ ਦੀ ਭਾਵਨਾ ਉਤਪੰਨ ਹੋਵੇਗੀ, ਮਨ ਤਪੱਸਿਆ ਵਿੱਚ ਲੱਗੇਗਾ, ਮਨੁੱਖਾ ਜਨਮ ਸਫਲ ਹੋ ਜਾਵੇਗਾ। ਇਹ ਪ੍ਰਸੰਗ ਸੁਣ ਕੇ ਭਗਵਾਨ ਜੀ ਨੇ ਕਥਾ ਦੀ ਸਮਾਪਤੀ ਕੀਤੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦੀ ਜੈ।